ਹੈਲੋ ਫਰੈਂਡ, ਕੁੱਬਾ ਲਰਨੋਲ ਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਇਸ ਸੀਰੀਜ਼ ਦੇ ਵਿੱਚ ਹਿਸਟਰੀ ਦੇ ਜਿਹੜੇ ਟੌਪ ਦੇ MCQs ਨੇ ਉਹਨਾਂ ਦੀ ਆਪਾਂ ਪ੍ਰੈਪਰੇਸ਼ਨ ਕਰ ਰਹੇ ਹਾਂ। ਸੋ ਵਿਦਿਆਰਥੀ ਸਾਥੀਓ, ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਟੈਸਟ ਕੰਪੀਟੀਟਿਵ ਐਗਜ਼ਾਮ ਕੋਈ ਵੀ ਦੇਣ ਜਾ ਰਹੇ ਹੋ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ 'ਚ ਹੋਵੇ ਜਾਂ ਉਹ ਵੱਖ-ਵੱਖ ਵਿਭਾਗਾਂ ਦੀਆਂ ਭਰਤੀਆਂ ਵਿੱਚ ਹੋਵੇ, ਤਾਂ ਵਿਦਿਆਰਥੀ ਸਾਥੀਓ ਇਹ ਜਿਹੜੇ ਹਿਸਟਰੀ ਦੇ MCQ ਨੇ ਤੁਹਾਡੇ ਲਈ ਬਹੁਤ ਹੀ ਬੈਨੀਫਿਟ ਤੁਹਾਨੂੰ ਦੇਣ ਵਾਲੇ ਨੇ। ਸੋ ਆਓ ਵਿਦਿਆਰਥੀ ਸਾਥੀਓ, ਆਪਾਂ ਕੁਐਸਚਨਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲੇ ਅੱਜ ਦਾ ਜੋ ਪ੍ਰਸ਼ਨ ਹੈ ਉਹ ਹੈ ਡੱਚ ਕਿੱਥੋਂ ਦੇ ਨਿਵਾਸੀ ਸਨ। ਠੀਕ ਹੈ, ਡੱਚ ਕਿੱਥੋਂ ਦੇ ਨਿਵਾਸੀ ਸਨ? ਤਾਂ ਆਪਸ਼ਨ ਨੰਬਰ A ਹੈ ਆਪਣੇ ਕੋਲੇ ਬੈਲਜੀਅਮ, B ਹੈ ਬਲਾਰੂਸ, C ਹੈ ਹਾਲੈਂਡ ਤੇ D ਹੈ ਆਪਣੇ ਕੋਲੇ ਮੋਰਾਕੋ। ਹੁਣ ਵਿਦਿਆਰਥੀ ਸਾਥੀਓ ਦੇਖੋ, ਇਹਨਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ, ਮੈਂ ਤੁਹਾਨੂੰ ਦੱਸ ਵੀ ਦੇਣਾ ਕਿ ਕੀ ਚੀਜ਼ ਇਹਦੇ ਚ ਕਾਮਨ ਆਏਗੀ। ਦੇਖੋ ਵਿਦਿਆਰਥੀ ਸਾਥੀਓ, ਡੱਚ ਡੱਡੇ ਤੋਂ ਯਾਦ ਰੱਖ ਲੈਣਾ ਡੱਚ, ਤੇ ਇਹਦੇ ਕੋਲੇ ਆਪਣੇ ਕੋਲੇ C ਚ ਆਪਸ਼ਨ ਹੈਗਾ ਹਾਲੈਂਡ। ਡੱਡੇ ਤੋਂ ਯਾਦ ਰੱਖ ਲਿਓ ਤਾਂ ਕਿੱਥੋਂ ਦੇ ਨਿਵਾਸੀ ਸਨ? ਹਾਲੈਂਡ ਦੇ। ਮੈਨੂੰ ਉਮੀਦ ਹੈ ਇਹ ਟ੍ਰਿਕ ਹੈ ਜਿਹੜੀ ਤੁਹਾਨੂੰ ਕਦੇ ਵੀ ਜਿਹੜੀ ਆ ਭੁੱਲੇਗੀ ਨਹੀਂ। ਸੋ ਆਓ ਵਿਦਿਆਰਥੀ ਸਾਥੀਓ ਅਸੀਂ ਸੈਕਿੰਡ ਕੁਐਸਚਨ ਨੂੰ ਸੋਲਵ ਕਰਦੇ ਹਾਂ। ਤਾਂ ਸਾਡੇ ਕੋਲੇ ਸੈਕਿੰਡ ਕੁਐਸਚਨ ਹੈ ਪਹਿਲਾ ਡੱਚ ਵਪਾਰੀ ਜੋ ਭਾਰਤ ਆਇਆ ਸੀ। ਤਾਂ ਕੌਣ ਆਇਆ ਸੀਗਾ ਪਹਿਲਾ ਡੱਚ ਵਪਾਰੀ? ਤੁਸੀਂ ਸੋਚ ਵੀ ਲਿਆ ਹੋਣਾ ਜੇਕਰ ਵਿਦਿਆਰਥੀ ਸਾਥੀਆਂ ਨੇ ਪਹਿਲਾਂ ਇਹ ਕੁਐਸਚਨ ਪੜਿਆ ਹੋਇਆ ਤਾਂ ਆਪਣੇ ਕੋਲੇ A ਆਪਸ਼ਨ ਹੈ ਵਿਲੀਅਮ, B ਆਪਣੇ ਕੋਲੇ ਹਾਊਟਮੈਨ, C ਆਪਣੇ ਕੋਲੇ ਕਵੈਡਿਸ਼ ਤੇ D ਤੇ ਆਪਣੇ ਕੋਲੇ ਬਾਰਥੋਲੋਮਿਡਿਆਸ। ਤਾਂ ਵਿਦਿਆਰਥੀ ਸਾਥੀਓ ਹੁਣ ਆਪਸ਼ਨਾਂ ਦੇਖ ਕੇ ਤੁਸੀਂ ਮਾਈਂਡ ਦੇ ਵਿੱਚ ਬਿਠਾ ਲਿਆ ਹੋਣਾ ਕਿ ਕੌਣ ਸੀ। ਠੀਕ ਹੈ, ਜੇਕਰ ਤੁਸੀਂ ਪਹਿਲਾਂ ਨਹੀਂ ਇਹ ਬਾਰੇ ਮਤਲਬ ਆਪਣੇ ਹਿਸਟਰੀ ਦੇ ਵਾਲੇ ਕੁਐਸਚਨ ਨਹੀਂ ਪੜ੍ਹੇਗੇ ਤੁਸੀਂ, ਠੀਕ ਹੈ, ਤਾਂ ਮੇਰੇ ਨਾਲ ਜੁੜੇ ਰਹੋ। ਤਾਂ ਤੁਹਾਨੂੰ ਜਿਹੜੇ ਨੇ ਇੱਕ MCQs ਜਿਹੜੇ ਆ ਬੜੇ ਹੀ ਡੈਪਥ ਦੇ ਨਾਲ ਆਪਾਂ ਸਮਝਾਵਾਂਗੇ। ਤਾਂ ਵਿਦਿਆਰਥੀ ਸਾਥੀਓ ਪਹਿਲਾ ਜੋ ਡੱਚ ਵਪਾਰੀ ਸੀ ਤਾਂ ਉਹ ਕੌਣ ਸੀਗਾ? ਹਾਊਟਮੈਨ, ਜੋ ਕਿ ਭਾਰਤ ਵਿੱਚ ਆਇਆ ਸੀ। ਠੀਕ ਹੈ ਜੀ। ਨੈਕਸਟ ਆਪਣੇ ਕੋਲੇ ਵਿਦਿਆਰਥੀ ਸਾਥੀਓ ਪ੍ਰਸ਼ਨ ਨੰਬਰ 3, ਡੱਚਾਂ ਦੀ ਭਾਰਤ ਵਿੱਚ ਸ਼ੁਰੂਆਤੀ ਰਾਜਧਾਨੀ ਕਿਹੜੀ ਸੀ? ਹੁਣ ਸ਼ੁਰੂ ਦੇ ਵਿੱਚ ਰਾਜਧਾਨੀ ਡੱਚਾਂ ਨੇ ਕਿਹੜੀ ਜਗ੍ਹਾ ਨੂੰ ਬਣਾਇਆ ਸੀ? ਤਾਂ ਉਹ ਕਿਹੜੀ ਜਗ੍ਹਾ ਸੀਗੀ? ਆਪਾਂ ਆਪਸ਼ਨਾਂ ਦੇਖਦੇ ਹਾਂ। ਆਪਣੇ ਕੋਲੇ ਪਹਿਲੀ ਆਪਸ਼ਨ ਹੈ A ਪੁਲੀਕਟ, B ਹੈ ਆਪਣੇ ਕੋਲੇ ਸੂਰਤ, C ਹੈ ਨਾਗਾਪਟਨਮ ਤੇ D ਹੈ ਕਰੇਕਾਲ। ਤਾਂ ਵਿਦਿਆਰਥੀ ਸਾਥੀਓ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਪੁਲੀਕਟ। ਠੀਕ ਹੈ, ਤਾਂ ਪੁਲੀਕਟ ਕੀ ਹੈ? ਇੱਕ ਝੀਲ ਦਾ ਨਾਮ ਹੈ। ਕਿਹਦਾ ਨਾਮ ਹੈ? ਇੱਕ ਝੀਲ ਦਾ ਨਾਮ ਹੈ। ਤਾਂ ਇਹਦੇ ਵਿੱਚ ਹੀ ਇੱਕ ਦੀਪ ਵੀ ਬਣਿਆ ਹੋਇਆ। ਠੀਕ ਹੈ, ਜਿਹਨੂੰ ਕੀ ਕਿਹਾ ਜਾਂਦਾ? ਹਰੀਕੋਟਾ ਦੀਪ ਕਿਹਾ ਜਾਂਦਾ। ਤਾਂ ਹੁਣ ਇੱਥੇ ਕੀ ਹੈ? ਇਸਰੋ ਦਾ, ਠੀਕ ਹੈ, ਜੋ ਭਾਰਤ ਦੀ ਜੀ ਕੀ ਹੈਗੀ ਆ ਜਿਹੜੀ ਲਾਂਚਰ ਭੇਜਦੀ ਹੈ, ਯਾਨੀ ਕਿ ਉਪਗ੍ਰਹਿ ਜਿਹੜੇ ਨੇ ਛੱਡੇ ਜਾਂਦੇ ਨੇ ਭਾਰਤ ਦੇ ਵਿੱਚ। ਕਿੱਥੋਂ ਛੱਡੇ ਜਾਂਦੇ ਨੇ? ਇਸਰੋ ਦੇ ਵਿੱਚ। ਉਹ ਵੀ ਜਿਹੜੀ ਜਗ੍ਹਾ ਹੈ ਉਹ ਵੀ ਕਿੱਥੇ ਆ? ਪੁਲੀਕਟ ਦੇ ਵਿੱਚ ਹੈ। ਤਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਲਾਂਚਿੰਗ ਪੈਡ ਹੈ, ਪੈਡ ਜਿਹੜਾ ਸੀਗਾ ਸਤੀਸ਼ ਧਵਨ ਲਾਂਚਿੰਗ ਪੈਡ, ਤਾਂ ਉਹ ਵੀ ਕਿੱਥੇ ਸਥਿਤ ਹੈਗਾ? ਉਹ ਵੀ ਪੁਲੀਕਟ ਦੇ ਵਿੱਚ ਸਥਿਤ ਹੈ। ਇੱਕ ਹੀ ਪ੍ਰਸ਼ਨ ਦੇ ਨਾਲ ਆਪਣੇ ਕੋਲੇ 3-3 4-4 ਜਿਹੜੀਆਂ ਗੱਲਾਂ ਕਲੀਅਰ ਹੋ ਰਹੀਆਂ। ਕੋਈ ਵੀ ਪੇਪਰ ਵਿੱਚ ਪ੍ਰਸ਼ਨ ਉੱਠ ਕੇ ਆ ਸਕਦਾ, ਇਸ ਕਰਕੇ ਮੈਂ ਸਾਰੀ ਗੱਲ ਨੂੰ ਡੈਪਥ ਦੇ ਨਾਲ ਸਮਝਾ ਰਿਹਾ ਹਾਂ। ਤਾਂ ਅੱਗੇ ਆਪਾਂ ਵਿਦਿਆਰਥੀ ਸਾਥੀਓ ਦੇਖਦੇ ਹਾਂ ਆਪਣੇ ਕੋਲੇ 4 ਨੰਬਰ ਦੇ ਕੁਐਸਚਨ ਹੈ ਗੈਲਰੀਆ ਕਿਲਾ ਕਿਸ ਕੰਪਨੀ ਨੇ ਬਣਾਇਆ ਸੀ? ਤਾਂ ਆਪਣੇ ਕੋਲੇ ਆਪਸ਼ਨਾਂ ਨੇ A ਹੈਗੀ ਹੈ ਡੱਚ ਤੇ B ਹੈ ਪੁਰਤਗਾਲੀ, C ਹੈ ਆਪਣੇ ਕੋਲੇ ਅੰਗਰੇਜ਼ ਤੇ D ਹੈ ਫਰਾਂਸੀਸੀ। ਤਾਂ ਗੈਲਰੀਆ ਡੱਡੇ ਤੋਂ ਇਹ ਵੀ ਯਾਦ ਰੱਖ ਲਿਓ। ਠੀਕ ਹੈ, ਡੱਡੇ ਤੋਂ ਡੱਡਾ ਆ ਗਿਆ ਨਾ ਗੈਲਰੀਆ, ਤੇ ਇੱਧਰ ਆਪਣੇ ਕੋਲੇ ਕੀ ਪਿਆ ਹੋਇਆ? ਡੱਚ। ਠੀਕ ਹੈ, ਇਹਦੀ A ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਹੋਣ ਵਾਲੀ ਹੈ। ਤਾਂ ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 5 ਨੰਬਰ ਪ੍ਰਸ਼ਨ, ਪੈਗੋਡਾ ਨਾਮਕ ਸਿੱਕਾ ਕਿਸ ਕੰਪਨੀ ਨੇ ਚਲਾਇਆ ਸੀ? ਪੈਗੋਡਾ ਨਾਮਕ ਜਿਹੜਾ ਸਿੱਕਾ ਸੀ ਕਿਹੜੀ ਕੰਪਨੀ ਨੇ ਚਲਾਇਆ ਸੀ? ਤਾਂ ਆਪਣੇ ਕੋਲੇ ਆਪਸ਼ਨਾਂ ਨੇ A ਤੇ ਹੈ ਡੱਚ, B ਤੇ ਹੈ ਪੁਰਤਗਾਲੀ, C ਤੇ ਹੈ ਅੰਗਰੇਜ਼ ਤੇ D ਤੇ ਆਪਣੇ ਕੋਲੇ ਫਰਾਂਸੀਸੀ। ਤਾਂ ਵਿਦਿਆਰਥੀ ਸਾਥੀਓ A ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੈ। ਹੁਣ ਡੱਡਾ ਤੇ ਰੜਾੜਾ ਇਹ ਵੀ ਯਾਦ ਰੱਖ ਲਿਓ। ਠੀਕ ਹੈ, ਪੈਗੋਡਾ ਨਾਮਕ ਸਿੱਕਾ ਜਿਹੜਾ ਡੱਚਾਂ ਨੇ ਚਲਾਇਆ ਸੀ, ਤਾਂ ਇਹ ਸਿੱਕਾ ਕਾਹਦਾ ਬਣਿਆ ਹੋਇਆ ਸੀ? ਤਾਂ ਇਹ ਬਣਿਆ ਹੋਇਆ ਸੀਗਾ ਸੋਨੇ ਦਾ। ਠੀਕ ਹੈ, ਤਾਂ ਇਹ ਕੀ ਬਣਿਆ ਸੀਗਾ? ਸੋਨੇ ਦਾ ਬਣਿਆ ਹੋਇਆ ਸੀਗਾ। ਤਾਂ ਵਿਦਿਆਰਥੀ ਸਾਥੀਓ ਨੈਕਸਟ ਆਪਣੇ ਕੋਲੇ 6 ਨੰਬਰ ਪ੍ਰਸ਼ਨ ਹੈ ਗੁਤਸਾਵੁਲ ਫੋਰਟ ਕਿਸ ਕੰਪਨੀ ਨੇ ਬਣਾਇਆ ਸੀ? ਠੀਕ ਹੈ, ਤਾਂ ਆਪਣੇ ਕੋਲੇ ਉਵੇਂ ਆਪਸ਼ਨਾਂ ਨੇ ਪਹਿਲਾਂ ਤਰ੍ਹਾਂ A ਆਪਸ਼ਨ ਹੈ ਡੱਚ, B ਹੈ ਫਰਾਂਸੀਸੀ, C ਹੈ ਅੰਗਰੇਜ਼ ਤੇ D ਤੇ ਹੈ ਡੈਨਿਸ਼। ਤਾਂ ਦੇਖੋ ਵਿਦਿਆਰਥੀ ਸਾਥੀਓ ਇਹਦਾ ਵੀ ਜਿਹੜਾ ਰਾਈਟ ਆਨਸਰ ਕੀ ਰਹਿਣ ਵਾਲਾ ਹੈ? ਡੱਚ। ਤਾਂ ਡੱਚਾਂ ਨੇ ਕੀ ਕੀਤਾ ਸੀ? ਗੁਸਤਾਫੁਲ ਜਿਹੜਾ ਫੋਰਟ ਹੈ, ਕਿਲਾ ਸੀਗਾ ਜਿਹੜਾ, ਉਹ ਬਣਵਾਇਆ ਸੀ। ਤਾਂ ਦੇਖੋ ਵਿਦਿਆਰਥੀ ਸਾਥੀਓ ਨੈਕਸਟ ਆਪਣੇ ਕੋਲੇ 7 ਨੰਬਰ ਪ੍ਰਸ਼ਨ ਹੈ 1759 ਈਸਵੀ ਵਿੱਚ ਅੰਗਰੇਜ਼ਾਂ ਨੇ ਕਿਸ ਨੂੰ ਹਰਾਇਆ ਸੀ? 1759 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਕੀ ਸੀਗਾ? ਕਿਸ ਨੂੰ ਹਰਾਇਆ ਸੀ?
ਤਾਂ ਵਿਦਿਆਰਥੀ ਸਾਥੀਓ A ਤੇ ਆਪਣੇ ਕੋਲੇ ਆਪਸ਼ਨ ਡੱਚ, B ਤੇ ਆ ਫਰਾਂਸੀਸੀ, C ਤੇ ਆ ਪੁਰਤਗਾਲੀ ਤੇ D ਤੇ ਆਪਣੇ ਕੋਲੇ ਡੈਨਿਸ਼। ਤਾਂ ਵਿਦਿਆਰਥੀ ਸਾਥੀਓ ਆਪਣੇ ਕੋਲੇ ਇਹ ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਰਹਿਣ ਵਾਲੀ ਹੈ। 1759 ਈਸਵੀ ਦੇ ਵਿੱਚ ਕੀ ਕੀਤਾ ਸੀਗਾ, ਅੰਗਰੇਜ਼ਾਂ ਨੇ ਡੱਚਾਂ ਨੂੰ ਹਰਾ ਦਿੱਤਾ ਸੀ ਤੇ ਜਿਹੜੇ ਡੱਚ ਸੀਗੇ ਉਹ ਕੀ ਸੀ, ਭਾਰਤ ਨੂੰ ਛੱਡ ਕੇ ਭੱਜ ਗਏ ਸਨ। ਤਾਂ ਅੱਗੇ ਆਪਾਂ ਨੈਕਸਟ ਪ੍ਰਸ਼ਨ ਦੇਖਦੇ ਹਾਂ ਜੀ। ਵਿਦਿਆਰਥੀ ਸਾਥੀਓ ਅੱਗੇ ਨੈਕਸਟ ਆਪਣੇ ਕੋਲੇ ਜੇਕਰ ਗੱਲ ਕਰੀਏ ਅਗਲੇ ਪ੍ਰਸ਼ਨ ਦੀ, ਤਾਂ ਅਗਲਾ ਆਪਣੇ ਕੋਲੇ ਪ੍ਰਸ਼ਨ ਹੈਗਾ ਕਿ ਯੂਰਪੀਅਨ ਕੰਪਨੀਆਂ ਦਾ ਭਾਰਤ ਵਿੱਚ ਆਉਣ ਦਾ ਸਹੀ ਪੈਟਰਨ ਕਿਹੜਾ ਹੈ। ਠੀਕ ਹੈ, ਇਹ ਹੁਣ ਮੈਂ ਇੱਕ ਟ੍ਰਿਕ ਦੱਸਣ ਜਾ ਰਿਹਾ, ਤੁਸੀਂ ਯਾਦ ਰੱਖ ਲਿਓ। ਠੀਕ ਹੈ, ਇਹਦਾ ਟ੍ਰਿਕ ਜੇ ਬਣਦਾ ਤਾਂ ਉਹ ਬਣਦਾ ਜੀ PDEDF। ਠੀਕ ਹੈ, PDEDF यानी कि पहला पुर्तगाली आए, फिर डच आए, फिर इंग्लिशमैन, ठीक है, जिन्होंने आप ब्रिटिश बोल देने अंग्रेज आए। ठीक है, फिर डैनिश आए सी, उस तो बाद कौन सी लास्ट दे विच जिहड़े फ्रांसीसी आए सी। ਤਾਂ ਵਿਦਿਆਰਥੀ ਸਾਥੀਓ ਜੇਕਰ ਫੈਕਟਰੀਆਂ ਦੀ ਗੱਲ ਕਰੀਏ ਤਾਂ ਉੱਥੇ ਅੰਗਰੇਜ਼ ਜਿਹੜੇ ਨੇ ਪਹਿਲਾਂ ਹੋ ਜਾਣਗੇ। ਠੀਕ ਹੈ, ਕਿਉਂਕਿ ਅੰਗਰੇਜ਼ਾਂ ਨੇ ਜਿਹੜਾ 1600 ਈਸਵੀ ਵਿੱਚ ਫੈਕਟਰੀ ਜਿਹੜੀ ਸਥਾਪਿਤ ਕਰ ਲਈ ਸੀ ਤੇ ਡੱਚਾਂ ਨੇ ਕਦੋਂ ਕੀਤੀ ਸੀ, 1600 ਤੇ 2 ਈਸਵੀ ਦੇ ਵਿੱਚ। ਠੀਕ ਹੈ, ਤਾਂ ਜੇਕਰ ਆਉਣ ਦੀ ਗੱਲ ਕਰੀਏ ਤਾਂ ਜਿਹੜਾ ਸਹੀ ਪੈਟਰਨ ਹੈ ਆਪਣੇ ਕੋਲੇ ਕਿਹੜਾ ਹੋ ਜਾਏਗਾ ਜੀ, ਡੀ ਹੋ ਜਾਏਗਾ। ਯਾਨੀ ਕਿ ਪਹਿਲਾਂ ਕੌਣ ਆਏ, ਪੁਰਤਗਾਲੀ, ਫਿਰ ਡੱਚ, ਫਿਰ ਬ੍ਰਿਟਿਸ਼, ਫਿਰ ਡੈਨਿਸ਼ ਤੇ ਫਿਰ ਕੌਣ ਆਇਆ ਸੀ, ਫਰਾਂਸੀਸੀ ਆਏ ਸੀ। ਤਾਂ ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ ਵਿਲੀਅਮ ਹਾਕਿੰਗਸ ਕਿਸ ਬਾਦਸ਼ਾਹ ਨੂੰ ਮਿਲਿਆ ਸੀ। ਠੀਕ ਹੈ, ਤਾਂ A ਤੇ ਆਪਣੇ ਕੋਲੇ ਆਪਸ਼ਨ ਅਕਬਰ, B ਤੇ ਹੈ ਜਹਾਂਗੀਰ, C ਤੇ ਹੈ ਸ਼ਾਹਜਹਾਂ ਤੇ D ਤੇ ਆਪਣੇ ਕੋਲੇ ਹਮਾਯੂ। ਤਾਂ ਵਿਦਿਆਰਥੀ ਸਾਥੀਓ ਕਿਹਨੂੰ ਮਿਲਿਆ ਸੀ, ਉਹ ਜਹਾਂਗੀਰ ਨੂੰ। ਤੇ ਮਿਲਣ ਤੋਂ ਬਾਅਦ ਆਪਾਂ ਨੂੰ ਪਹਿਲਾਂ ਜਿਹੜਾ ਲੈਕਚਰ 1 ਸੀਗਾ, ਪਹਿਲਾ ਲੈਕਚਰ, ਉਹਦੇ ਵਿੱਚ ਆਪਾਂ ਪੜਿਆ ਨਾ ਖਾਨ ਦੀ ਉਪਾਧੀ, ਤਾਂ ਉਹ ਵੀ ਹਾਕਿੰਗ ਸੀ। ਤਾਂ ਜਹਾਂਗੀਰ ਨੂੰ ਮਿਲਿਆ ਸੀ ਤਾਂ ਇਹਨੇ ਜਿਹੜੀ ਉਪਾਧੀ ਦਿੱਤੀ ਸੀਗੀ, ਖਾਨ ਦੀ ਉਪਾਧੀ। ਠੀਕ ਹੈ, ਤਾਂ ਇਹਦੇ ਵਿੱਚ ਵੀ ਆਪਾਂ ਜਿਹੜੇ ਇੱਕੋ ਪ੍ਰਸ਼ਨ 'ਚ ਜਿਹੜੇ 2 ਪ੍ਰਸ਼ਨ ਜਿਹੜੇ ਨੇ ਸੋਲਵ ਕਰ ਲਏ ਹਨ। ਤਾਂ ਵਿਦਿਆਰਥੀ ਸਾਥੀਓ ਨੈਕਸਟ ਆਪਣੇ ਕੋਲੇ 10ਵਾਂ ਪ੍ਰਸ਼ਨ ਹੈ। 10ਵਾਂ ਆਪਣੇ ਕੋਲੇ ਸੈਂਟ ਡੇਵਿਡ ਕਿਲਾ ਕਿਸ ਕੰਪਨੀ ਨੇ ਸਥਾਪਿਤ ਕੀਤਾ ਸੀ। ਤਾਂ ਦੇਖੋ ਆਪਸ਼ਨ ਆਪਣੇ ਕੋਲੇ A ਤੇ ਹੈ ਡੱਚ, B ਤੇ ਹੈ ਫਰਾਂਸੀਸੀ, C ਤੇ ਹੈ ਅੰਗਰੇਜ਼ ਤੇ D ਤੇ ਹੈ ਡੈਨਿਸ਼। ਦੇਖੋ ਵਿਦਿਆਰਥੀ ਸਾਥੀਓ ਹੁਣ ਸੈਂਟ ਮੈਰੀ ਤੁਸੀਂ ਸਕੂਲਾਂ ਨੂੰ ਸੁਣਿਆ ਹੋਣਾ। ਠੀਕ ਹੈ, ਤਾਂ ਕਿਹਨਾਂ ਦੇ ਨੇ, ਅੰਗਰੇਜ਼ਾਂ ਦੇ ਸੀਗੇ। ਆਪਾਂ ਕਹਿ ਸਕਦੇ ਹਾਂ ਕ੍ਰਿਸਚੀਅਨ ਨੇ। ਕ੍ਰਿਸਚੀਅਨ ਕਿੱਥੋਂ ਆਏ ਸੀਗੇ, ਇੰਗਲੈਂਡ। ਠੀਕ ਹੈ, ਉਹਨਾਂ ਦਾ ਧੂਰਾ ਕਿਹੜਾ ਸੀ, ਇੰਗਲੈਂਡ। ਤਾਂ ਉਵੇਂ ਜਿਹੜਾ ਸੈਂਟ ਵਰਡ ਆਪਣੇ ਕੋਲੇ ਆ ਗਿਆ ਤੇ ਇਹਦਾ ਮਤਲਬ ਕੀ ਹੋਇਆ, ਇਹ ਕਿਲਾ ਵੀ ਜਿਹੜਾ ਸੀ ਅੰਗਰੇਜ਼ਾਂ ਨੇ ਬਣਵਾਇਆ ਸੀ। ਇਹ ਟ੍ਰਿਕ ਦੇ ਨਾਲ ਵੀ ਤੁਸੀਂ ਕੀ ਆ ਇਸ ਨੂੰ ਯਾਦ ਰੱਖ ਸਕਦੇ ਹੋ। ਤਾਂ ਵਿਦਿਆਰਥੀ ਸਾਥੀਓ ਨੈਕਸਟ ਆਪਣੇ ਕੋਲੇ ਜਿਹੜਾ ਮਦਰਾਸ ਹੈ। ਠੀਕ ਹੈ, ਤਾਮਿਲਨਾਡੂ ਦੇ ਵਿੱਚ ਆਪਾਂ ਸੁਣਿਆ ਨਾ ਚੇਨਈ, ਤਾਂ ਉਹੀ ਮਦਰਾਸ ਹੈ। ਮਦਰਾਸ ਦਾ ਜਿਹੜਾ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ, ਤਾਂ A ਤੇ ਆਪਣੇ ਕੋਲੇ ਆਪਸ਼ਨ ਹੈ ਫ੍ਰਾਂਸਿਸ ਮਾਰਡਿਨ, B ਤੇ ਆਪਣੇ ਕੋਲੇ ਫ੍ਰਾਂਸਿਸ ਡੇ, C ਤੇ ਹੈ ਫਿਲਿਪ ਫ੍ਰਾਂਸਿਸ ਤੇ D ਤੇ ਹੈ ਉਪਰੋਕਤ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਪਣੇ ਕੋਲੇ ਇਹ ਆਪਸ਼ਨ ਜਿਹੜੀ ਆ B ਵਾਲੀ ਆਪਸ਼ਨ ਸਹੀ ਰਹਿਣ ਵਾਲੀ ਹੈ, ਫ੍ਰਾਂਸਿਸ ਡੇ। ਮਦਰਾਸ ਦਾ ਜਿਹੜਾ ਸੰਸਥਾਪਕ ਕੌਣ ਸੀ, ਫ੍ਰਾਂਸਿਸ ਡੇ। ਤਾਂ ਅੱਗੇ ਹੈ ਨੈਕਸਟ ਵਿਦਿਆਰਥੀ ਸਾਥੀਓ ਮੁੰਬਈ ਜਾਂ ਬੰਬਈ ਦਾ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ। ਤਾਂ A ਤੇ ਆਪਣੇ ਕੋਲੇ ਆਪਸ਼ਨ ਗੋਰਾਲਡ ਅੰਗਿਆਰ, B ਤੇ ਹੈ ਰੋਲਟ, C ਤੇ ਆਪਣੇ ਕੋਲੇ ਲਾਰਡ ਐਲਸਿਨ ਤੇ D ਤੇ ਆਪਣੇ ਕੋਲੇ ਜੋਬ ਚਾਰਨਕ। ਤਾਂ ਇਹ ਆਪਸ਼ਨ ਹੈ ਜਿਹੜੀ ਸਹੀ ਰਹਿਣ ਵਾਲੀ ਹੈ। ਗੋਰਾਲਡ ਅੰਗਿਆਰ ਸੀ ਜਿਹੜਾ ਜਿਸ ਨੂੰ ਕੀ ਮੰਨਿਆ ਜਾਂਦਾ, ਬੰਬਈ ਦਾ ਯਾਨੀ ਕਿ ਮੁੰਬਈ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਯਾਨੀ ਕਿ ਜਿਹੜੀ ਅੰਗਰੇਜ਼ਾਂ ਦੀ ਸੀ। ਠੀਕ ਹੈ, ਨੂੰ ਕਿਸ ਮੁਗਲ ਬਾਦਸ਼ਾਹ ਨੇ ਕਰ ਮੁਕਤ, ਕਰ ਭਾਵ ਕਿ ਟੈਕਸ ਮੁਕਤ ਵਪਾਰ ਤੇ ਬੰਗਾਲ ਵਿੱਚ ਭੂਮੀ ਦੀ ਖਰੀਦ ਕਰਨ ਦਾ ਅਧਿਕਾਰ ਦਿੱਤਾ ਸੀ। ਤਾਂ ਕਿਹੜਾ ਸੀਗਾ ਉਹ ਮੁਗਲ ਬਾਦਸ਼ਾਹ। A ਤੇ ਆਪਣੇ ਕੋਲੇ ਆਪਸ਼ਨ ਅਕਬਰ, B ਤੇ ਆ ਫਾਰੂਖਸ਼ੀਰ, C ਤੇ ਆਪਣੇ ਕੋਲੇ ਸ਼ਾਹ ਆਲਮ ਜੱਜ ਤੇ D ਤੇ ਆਪਣੇ ਕੋਲੇ ਮੁਹੰਮਦ ਸ਼ਾਹ ਰੰਗੀਲਾ। ਤਾਂ B ਆਪਸ਼ਨ ਜਿਹੜੀ ਬਿਲਕੁਲ ਸਹੀ ਰਹਿਣ ਵਾਲੀ ਹੈ, ਫਾਰੂਖਸ਼ੀਰ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 14 ਨੰਬਰ ਪ੍ਰਸ਼ਨ ਹੈ ਜੀ 1760 ਈਸਵੀ ਦੇ ਵਾੜੀਵਾਸ ਯੁੱਧ। ਹੁਣ ਵਾੜੀਵਾਸ ਯੁੱਧ ਦੇ ਬਾਰੇ ਆਪਾਂ ਪਿਛਲੇ ਲੈਕਚਰ ਦੇ ਵਿੱਚ ਵੀ ਗੱਲ ਕਰ ਚੁੱਕੇ ਹਾਂ। ਵਾੜੀਵਾਸ ਯੁੱਧ ਵਿੱਚ ਅੰਗਰੇਜ਼ਾਂ ਦੀ ਤਰਫੋਂ ਕਿਹੜਾ ਸੈਨਾਪਤੀ ਅੰਗਰੇਜ਼ੀ ਸੈਨਾ ਦਾ ਨੇਤਰਤਵ ਕਰ ਰਿਹਾ ਸੀ। ਹੁਣ ਨੇਤਰਤਵ ਕਰਨ ਦਾ ਮਤਲਬ ਕੀ ਹੈ, ਮਤਲਬ ਕਿ ਲੀਡ ਕਰ ਰਿਹਾ ਸੀ। ਠੀਕ ਹੈ, ਜਿਹਦੀ ਅਗਵਾਈ ਦੇ ਵਿੱਚ ਜਿਹੜਾ ਇਹ ਯੁੱਧ ਹੋ ਰਿਹਾ ਸੀ। ਤਾਂ ਅੰਗਰੇਜ਼ਾਂ ਦੇ ਤਰਫੋਂ ਕਿਹੜਾ ਸੀ ਉਹ ਸੈਨਾਪਤੀ। A ਤੇ ਆਪਣੇ ਕੋਲੇ ਆਪਸ਼ਨ ਆਇਰਕੁੱਟ, B ਤੇ ਹੈ ਕੈਪਟਨ ਪੈਰਾਡਾਈਜ਼, C ਤੇ ਆ ਵਾਟਸਨ, D ਤੇ ਆਪਣੇ ਕੋਲੇ ਲਾਲੀ। ਤਾਂ ਕੌਣ ਸੀਗਾ ਜੀ, ਆਇਰਕੁੱਟ।
ठीक है, कौन सीगा आयरकुट, एडे एडे तो याद रख लिया जी, अंग्रेजां दी सेना वालों वाड़ीवास दे युद्ध विच आया सीगा, ठीक है। नैक्सट है विद्यार्थी साथियों अपने कोले 15 नंबर प्रश्न है जी, फ्रांसीसियां ने भारत विच अपनी पहली जिहड़ी फैक्ट्री है वो कित्थे स्थापित कीती सी? ए ते मोसलीपट्टनम, बी ते सूरत, सी ते मद्रास ते डी ते कोचीन। तो विद्यार्थी साथियों ਇਹਦਾ ਜਿਹੜਾ ਰਾਈਟ ਆਨਸਰ ਆ ਉਹ ਕਿਹੜਾ ਹੋਣ ਵਾਲਾ? ਸੂਰਤ। ਤਾਂ ਵਧੇਰੇ ਜਿਹੜੀਆਂ ਬਾਹਰਲੀਆਂ ਯੂਰਪੀਅਨ ਸ਼ਕਤੀਆਂ ਆਈਆਂ ਸੀ ਤਾਂ ਉਹ ਸੂਰਤ ਦੇ ਵਿੱਚ ਹੀ ਆ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਡੇਰੇ ਲਾਏ ਸੀ ਤੇ ਸੂਰਤ ਦੇ ਵਿੱਚ ਕੀ ਸੀ? ਮੁਗਲਾਂ ਦਾ ਅਧਿਕਾਰ ਸੀ, ਯਾਦ ਰੱਖ ਲਿਓ। ਤਾਂ ਮੁਗਲ ਚਾਹੁੰਦੇ ਸਨ ਸਾਡੇ ਨੇਤਰਤਵ ਦੇ ਵਿੱਚ ਕੀ ਆ ਇਹ ਆਪਣੀਆਂ ਫੈਕਟਰੀਆਂ ਸਥਾਪਿਤ ਕਰਨ, ਭਾਵ ਕਿ ਅਸੀਂ ਵੀ ਇਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਦੀ ਦੇਖ-ਰੇਖ ਕਰ ਸਕੀਏ ਵੀ ਇਹ ਕੋਈ ਵੀ ਹੇਰਾ ਫੇਰੀ ਜਿਹੜੀ ਹੈ ਨਾ ਕਰਨ, ਠੀਕ ਹੈ। ਪਰ ਜਿਹੜੇ ਸੀਗੇ ਬਾਹਰਲੀਆਂ ਯੂਰਪੀਅਨ ਸ਼ਕਤੀਆਂ ਦੇ ਜਿਹੜੇ ਦੇਸ਼ ਆਏ ਸੀ ਵੱਖ-ਵੱਖ, ਉਹਨਾਂ ਨੇ ਕੀ ਕੀਤਾ ਸੀਗਾ ਇੱਥੇ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਸੀ, ਮਤਲਬ ਕਿ ਮੁਗਲਾਂ ਦੇ ਹੱਥੋਂ ਜਿਹੜੇ ਨਿਕਲਦੇ ਗਏ ਸੀਗੇ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ ਪ੍ਰਸ਼ਨ, ਕਿਸ ਮੁਗਲ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ? ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਇੱਕ ਵਾਰੀ ਪਹਿਲਾਂ ਵੀ ਕੱਢਿਆ ਜਾ ਚੁੱਕਿਆ। ਇੱਕ ਤਾਂ ਆਪਾਂ 1947 ਚ ਕਹਿ ਸਕਦੇ ਹਾਂ ਨਾ ਕਿ ਅੰਗਰੇਜ਼ ਇੱਥੋਂ ਭੱਜ ਗਏ ਸੀਗੇ, ਪਰ ਇੱਕ ਮੁਗਲ ਬਾਦਸ਼ਾਹ ਵੀ ਸੀ, ਉਹਨੂੰ ਵੀ ਜਿਹੜਾ ਮਤਲਬ ਅੰਗਰੇਜ਼ਾਂ ਨੇ ਧੋਖਾ ਦਿੱਤਾ, ਉਹਨਾਂ ਦੇ ਇਲਾਕਿਆਂ ਤੇ ਰਾਜ ਕੀਤਾ, ਯਾਨੀ ਕਿ ਹੁਗਲੀ ਦਾ ਇਲਾਕਾ ਸੀ ਜਿੱਥੇ ਰਾਜ ਕਰ ਲਿਆ ਸੀ। ਤਾਂ ਫਿਰ ਇੱਕ ਮੁਗਲ ਬਾਦਸ਼ਾਹ ਆਉਂਦਾ ਜਿਨੇ ਕੀ ਸੀ ਇਹਨਾਂ ਨੂੰ ਬਾਹਰ ਕੱਢ ਦਿੱਤਾ ਸੀ। ਤਾਂ ਉਹ ਕੌਣ ਸੀ? ਏ ਤੇ ਆਪਣੇ ਕੋਲੇ ਆਪਸ਼ਨ ਔਰੰਗਜ਼ੇਬ, ਬੀ ਤੇ ਆ ਜਹਾਂਗੀਰ, ਸੀ ਤੇ ਅਕਬਰ ਤੇ ਡੀ ਤੇ ਫਰੂਖਸੀਅਤ। ਤਾਂ ਵਿਦਿਆਰਥੀ ਸਾਥੀਓ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਰਹਿਣ ਵਾਲੀ ਹੈ ਔਰੰਗਜ਼ੇਬ। ਤਾਂ ਇਸ ਨੂੰ ਕੀ ਹੈ ਜਿੰਦਾ ਪੀਰ ਦੀ ਉਪਾਧੀ ਵੀ ਮਿਲੀ ਹੈ, ਠੀਕ ਹੈ। ਹੁਣ ਇੱਕੋ ਪ੍ਰਸ਼ਨ ਚ ਜਿਹੜੇ ਦੋ ਜਿਹੜੇ ਪ੍ਰਸ਼ਨ ਆਪਣੇ ਸੋਲਵ ਹੁੰਦੇ ਪਏ ਨੇ। ਤਾਂ ਅੱਗੇ 18 ਨੰਬਰ ਪ੍ਰਸ਼ਨ ਹੈ ਵਿਦਿਆਰਥੀ ਸਾਥੀਓ, ਵਾੜੀਵਾਸ ਵਰਤਮਾਨ ਸਮੇਂ ਵਿੱਚ ਭਾਰਤ ਦੇ ਕਿਸ ਰਾਜ ਵਿੱਚ ਹੈ? ਵਾੜੀਵਾਸ। ਤਾਂ ਏ ਤੇ ਆਪਣੇ ਕੋਲੇ ਆਪਸ਼ਨ ਕਰਨਾਟਕ, ਬੀ ਤੇ ਕੇਰਲ, ਸੀ ਤੇ ਉੜੀਸਾ ਤੇ ਡੀ ਤੇ ਤਾਮਿਲਨਾਡੂ। ਤਾਂ ਵਿਦਿਆਰਥੀ ਸਾਥੀਓ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਰਹਿਣ ਵਾਲੀ ਹੈ। ਤਾਂ ਇਹਦੇ ਬਾਰੇ ਆਪਾਂ ਪਹਿਲਾਂ ਵੀ ਪ੍ਰਸ਼ਨ ਪੜਿਆ ਕਿ ਵਾੜੀਵਾਸ ਦਾ ਯੁੱਧ ਕਿਹਨਾਂ ਦੇ ਵਿਚਕਾਰ ਹੋਇਆ ਸੀ? ਅੰਗਰੇਜ਼ਾਂ ਤੇ ਫਰਾਂਸੀਸੀਆਂ। ਲੈਕਚਰ ਪਹਿਲੇ ਦੇ ਵਿੱਚ ਆਪਾਂ ਇਹ ਪੜ੍ਹ ਚੁੱਕੇ ਹਾਂ। ਤਾਂ ਇਹ ਹੁਣ ਗੱਲ ਕਰੀਏ ਤਾਂ ਕਿਹੜੇ ਰਾਜ ਦੇ ਵਿੱਚ ਇਹ ਜਗ੍ਹਾ ਹੈਗੀ ਆ ਵਰਤਮਾਨ ਸਮੇਂ 'ਚ? ਤਾਂ ਕਰਨਾਟਕ ਦੇ ਵਿੱਚ, ਠੀਕ ਹੈ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 19 ਨੰਬਰ ਪ੍ਰਸ਼ਨ ਹੈ, ਕਿਹੜੀ ਕੰਪਨੀ ਭਾਰਤ ਵਿੱਚ ਸਭ ਤੋਂ ਬਾਅਦ ਵਿੱਚ ਵਪਾਰ ਕਰਨ ਆਈ? ਦੇਖੋ ਹੁਣੇ ਆਪਾਂ ਪੜਿਆ ਨਾ PDED ਤੇ F, ਠੀਕ ਹੈ। ਲਾਸਟ ਤੇ ਕੌਣ ਸੀਗੇ? ਫਰਾਂਸੀਸੀ ਸੀਗੇ, ਠੀਕ ਹੈ। ਤਾਂ ਸੀ ਆਪਸ਼ਨ ਹੈ ਜਿਹੜੀ ਆਪਣੀ ਇੱਥੇ ਬਿਲਕੁਲ ਠੀਕ ਰਹਿਣ ਵਾਲੀ ਹੈ, ਫਰਾਂਸੀਸੀ। ਨੈਕਸਟ ਹੈ ਵਿਦਿਆਰਥੀ ਸਾਥੀਓ, ਮੁਗਲ ਸਾਮਰਾਜ ਦੇ ਅਧਿਕਾਰ ਖੇਤਰ ਵਿੱਚ ਅੰਗਰੇਜ਼ਾਂ ਦੀ ਪਹਿਲੀ ਫੈਕਟਰੀ ਕਿਹੜੀ ਸੀ? ਤਾਂ ਏ ਤੇ ਆਪਣੇ ਕੋਲੇ ਆਪਸ਼ਨ ਮਸਲੀਪਟਨਮ, ਬੀ ਤੇ ਉੜੀਸਾ, ਸੀ ਤੇ ਸੂਰਤ, ਡੀ ਤੇ ਗੋਆ। ਤਾਂ ਵਿਦਿਆਰਥੀ ਸਾਥੀਓ ਇਹਦੇ ਵਿੱਚ ਆਪਣੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਮੁਗਲ ਸਾਮਰਾਜ ਦੇ ਜਿਹੜੇ ਰਾਜੇ ਬਾਦਸ਼ਾਹ ਸੀ ਚਾਹੁੰਦੇ ਸੀ ਕਿ ਸਾਡੀ ਦੇਖ-ਰੇਖ ਦੇ ਵਿੱਚ ਹੀ ਹੋਵੇ ਸਾਰਾ ਕੁਝ, ਠੀਕ ਹੈ। ਤਾਂ ਇਸ ਕਰਕੇ ਉਹਨਾਂ ਨੇ ਆਪਣੇ ਏਰੀਏ ਅਧਿਕਾਰਤ ਖੇਤਰ ਦੇ ਵਿੱਚ ਹੀ ਕੀ ਸੀਗੀਆਂ ਫੈਕਟਰੀਆਂ ਸਥਾਪਿਤ ਕਰਵਾਈਆਂ ਸੀ। ਤਾਂ ਇਹ ਫੈਕਟਰੀ ਜਿਹੜੀ ਕਿੱਥੇ ਲੱਗੀ ਸੀ? ਸੀ ਯਾਨੀ ਕਿ ਸੂਰਤ। ਇੱਥੇ ਕੀ ਸੀਗਾ? ਮੁਗਲਾਂ ਦਾ ਜਿਹੜਾ ਅਧਿਕਾਰ ਪੂਰਨ ਰੂਪ ਦੇ ਵਿੱਚ ਸੀ। ਨੈਕਸਟ ਹੈ ਵਿਦਿਆਰਥੀ ਸਾਥੀਓ, ਫਰਾਂਸੀਸੀਆਂ ਨੇ ਫੋਰਟ ਲੂਈ ਦੀ ਸਥਾਪਨਾ ਕਿੱਥੇ ਕੀਤੀ? ਠੀਕ ਹੈ, ਫੋਰਟ ਲੂਈ ਕਿਲਾ ਵੀ ਕਹਿ ਸਕਦੇ ਆਪਾਂ। ਤਾਂ ਕਿੱਥੇ ਕੀਤੀ ਸੀ ਸਥਾਪਨਾ? ਏ ਤੇ ਆਪਣੇ ਕੋਲੇ ਆਪਸ਼ਨ ਮਦਰਾਸ, ਬੀ ਤੇ ਪਾਂਡੇਚੇਰੀ ਜਾਂ ਪੁੱਡੀਚੇਰੀ ਜਿਹਨੂੰ ਬੋਲ ਦਿੰਦੇ ਨੇ, ਸੀ ਤੇ ਕੋਚੀ ਤੇ ਡੀ ਤੇ ਆਪਣੇ ਕੋਲੇ ਚੰਦਰਨਗਰ। ਤਾਂ ਵਿਦਿਆਰਥੀ ਸਾਥੀਓ ਬੀ ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਰਹਿਣ ਵਾਲੀ ਹੈ ਆਪਣੇ ਕੋਲੇ। ਤਾਂ ਕੀ ਸੀ? ਪਾਂਡੇਚੇਰੀ ਦੇ ਵਿੱਚ ਕੀ ਸੀ? ਫੋਰਟ ਲੂਈ ਦੀ ਸਥਾਪਨਾ ਫਰਾਂਸੀਸੀਆਂ ਦੇ ਦੁਆਰਾ ਕੀਤੀ ਗਈ ਸੀ। ਤਾਂ ਨੈਕਸਟ ਪ੍ਰਸ਼ਨ ਦੇ ਵੱਲ ਵਧਦੇ ਹਾਂ ਵਿਦਿਆਰਥੀ ਸਾਥੀਓ। 22 ਨੰਬਰ ਤੇ ਆਪਣਾ ਪ੍ਰਸ਼ਨ ਹੈ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਲਈ ਕਿੰਨੇ ਸਾਲਾਂ ਦਾ ਅਧਿਕਾਰ ਪੱਤਰ ਮਿਲਿਆ ਸੀ? ਤਾਂ ਬ੍ਰਿਟਿਸ਼ ਈਸਟ ਇੰਡੀਆ ਯਾਨੀ ਕਿ ਅੰਗਰੇਜ਼ਾਂ ਦੀ। ਤਾਂ ਹੁਣ ਆਏ ਅਧਿਕਾਰ ਕਰਨ, ਦੇਖੋ ਮਤਲਬ ਆਏ ਵਪਾਰ ਕਰਨ ਸੀ, ਇੱਥੇ ਅਧਿਕਾਰ ਕਰਕੇ ਬੈਠ ਗਏ। ਤਾਂ ਮਹਾਰਾਣੀ ਐਲਿਜ਼ਾਬੈਥ ਦੇ ਨੇਤਰਤਵ ਦੇ ਵਿੱਚ ਉੱਥੋਂ ਚੱਲੇ ਇੰਗਲੈਂਡ ਤੋਂ, ਠੀਕ ਹੈ, ਭਾਰਤ ਵਿੱਚ ਪਹੁੰਚੇ। ਤਾਂ ਇੱਥੋਂ ਆ ਕੇ ਇਹਨਾਂ ਨੂੰ ਮਿਲੀ ਮਨਜ਼ੂਰੀ ਕਿ ਹਾਂ ਤੁਸੀਂ ਜਿਹੜਾ ਇੱਥੇ ਫੈਕਟਰੀਆਂ ਜਿਹੜੀਆਂ ਸਥਾਪਿਤ ਕਰ ਸਕਦੇ ਹੋ। ਤਾਂ ਉਹ ਸਮਾਂ ਕਿੰਨੇ ਦਾ ਜਿਹੜਾ ਅਧਿਕਾਰ ਮਿਲਿਆ ਸੀ ਇਹਨਾਂ ਨੂੰ? ਏ ਤੇ ਆਪਣੇ ਕੋਲੇ ਆਪਸ਼ਨ 13 ਸਾਲ, ਬੀ ਤੇ 15 ਸਾਲ, ਸੀ ਤੇ ਆਪਣੇ ਕੋਲੇ 20 ਸਾਲ ਤੇ 21 ਤੇ ਡੀ ਤੇ ਆਪਣੇ ਕੋਲੇ 21 ਸਾਲ। ਤਾਂ 15 ਸਾਲਾਂ ਦਾ ਸਮਾਂ ਜਿਹੜਾ ਮਿਲਿਆ ਸੀ, ਠੀਕ ਹੈ। ਹੁਣ ਦੇਖੋ 5-5 ਸਾਲਾਂ ਦੀਆਂ ਵੋਟਾਂ ਹੁੰਦੀਆਂ ਨਾ, ਤਾਂ ਉੱਥੋਂ ਯਾਦ ਰੱਖ ਲਿਓ ਕਿ 3 ਵਾਰੀ ਦਾ ਸਮਾਂ ਆਪਾਂ ਕਹਿ ਸਕਦੇ ਹਾਂ ਕਿ 15 ਸਾਲਾਂ ਦਾ, ਠੀਕ ਹੈ। ਨਾ ਵਿਚਕਾਰਲਾ ਸਮਾਂ ਆਪਣੇ ਕੋਲੇ 13 ਜਾਂ 21 ਜਾਂ 20 ਸਾਲਾਂ ਦਾ। ਓਕੇ ਵਿਦਿਆਰਥੀ ਸਾਥੀਓ, ਨੈਕਸਟ ਆਪਣੇ ਕੋਲੇ
ਈਸਟ ਇੰਡੀਆ ਕੰਪਨੀ ਨੂੰ ਮਦਰਾਸ ਚੰਦਰਗਿਰੀ ਦੇ ਰਾਜਾਂ ਤੋਂ ਰਾਜਾਂ ਇੱਥੇ ਰਾਜਾ ਆਣਾ ਸੀ, ਠੀਕ ਹੈ, ਰਾਜਾ ਤੋਂ ਕਦੋਂ ਪ੍ਰਾਪਤ ਹੋਇਆ ਸੀ, ਠੀਕ ਹੈ। ਈਸਟ ਇੰਡੀਆ ਕੰਪਨੀ ਨੂੰ ਜਿਹੜਾ ਮਦਰਾਸ ਚੰਦਰਗਿਰੀ ਦਾ ਰਾਜਾ ਸੀਗਾ ਉਹਦਾ ਅਧਿਕਾਰ ਸੀਗਾ ਇੱਥੇ, ਤਾਂ ਉਹ ਈਸਟ ਇੰਡੀਆ ਕੰਪਨੀ ਨੂੰ ਕਦੋਂ ਪ੍ਰਾਪਤ ਹੋਇਆ ਸੀ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਦੀ ਜੇਕਰ ਗੱਲ ਕਰੀਏ ਤਾਂ 1637, ਬੀ ਤੇ 1639, ਸੀ ਤੇ 1641 ਤੇ ਡੀ ਤੇ ਆਪਣੇ ਕੋਲੇ 1643। ਤਾਂ ਇਹਦੀ ਜਿਹੜੀ ਬੀ ਆਪਸ਼ਨ ਹੈ ਸਹੀ ਰਹਿਣ ਵਾਲੀ ਹੈ। 1639 ਈਸਵੀ ਦੇ ਵਿੱਚ ਕੀ ਸੀ, ਈਸਟ ਇੰਡੀਆ ਕੰਪਨੀ ਨੂੰ ਮਦਰਾਸ ਜਿਹੜਾ ਮਿਲ ਗਿਆ ਸੀ ਚੰਦਰਗਿਰੀ ਦੇ ਰਾਜ ਤੋਂ, ਜਿਹੜਾ ਰਾਜਾ ਸੀਗਾ ਚੰਦਰਗਿਰੀ ਦਾ। ਸੀ ਤੇ ਆਪਣੇ ਕੋਲੇ 24 ਨੰਬਰ ਕੁਐਸਚਨ ਹੈ ਜੀ, ਫਰਾਂਸੀਸੀਆਂ ਨੇ ਪਾਂਡੇਚੇਰੀ ਨੂੰ ਕਦੋਂ ਮੁਕਤ ਕੀਤਾ ਸੀ? ਤਾਂ ਇਹ ਨਾ ਲਾਸਟ ਤੇ ਗਏ ਸੀ ਸਾਰਿਆਂ ਤੋਂ, ਹੁਣ ਦੇਸ਼ ਆਜ਼ਾਦ ਹੋ ਗਿਆ ਸੀ, ਉਸ ਤੋਂ ਬਾਅਦ ਜਿਹੜੇ ਫਰਾਂਸੀਸੀ ਪਾਂਡੇਚੇਰੀ ਚੋਂ ਗਏ ਸੀ, ਠੀਕ ਹੈ। ਤਾਂ ਉਵੇਂ ਹੀ ਗੋਆ ਦੇ ਵਿੱਚ ਵੀ ਇਹਨਾਂ ਦਾ ਅਧਿਕਾਰ ਸੀ, ਉੱਥੋਂ ਵੀ ਇਹ ਲਾਸਟ ਦੇ ਵਿੱਚ ਹੀ ਉੱਠੇ ਸੀਗੇ। ਗੋਆ 'ਚ ਮੰਨਿਆ ਜਾਂਦਾ 1961 ਈਸਵੀ ਦੇ ਲਗਭਗ। ਤਾਂ ਆਪਾਂ ਪਾਂਡੇਚੇਰੀ ਦਾ ਆਪਣੇ ਕੋਲ ਪ੍ਰਸ਼ਨ ਹੈ ਤਾਂ ਉਹ ਦੇਖਦੇ ਹਾਂ, ਆਪਣੇ ਕੋਲੇ ਆਪਸ਼ਨਾਂ ਨੇ ਏ ਤੇ 1961, ਬੀ ਆ 1964, ਸੀ ਆ 1954 ਤੇ ਡੀ ਤੇ 1952। ਤਾਂ ਵਿਦਿਆਰਥੀ ਸਾਥੀਓ ਜਿਹੜਾ ਸੀ ਆਪਸ਼ਨ ਹੈ ਸਹੀ ਰਹਿਣ ਵਾਲਾ ਹੈ। 1954 ਦੇ ਵਿੱਚ ਜਿਹੜੇ ਫਰਾਂਸੀਸੀ ਸੀ ਪਾਂਡੇਚੇਰੀ ਨੂੰ ਛੱਡ ਕੇ ਗਏ ਸਨ। ਲਗਭਗ ਕਹਿ ਸਕਦੇ ਹਾਂ ਕਿ ਦੇਸ਼ ਆਜ਼ਾਦ ਹੋਣ ਤੋਂ 7 ਸਾਲ ਤੱਕ ਇਹ ਦੇਸ਼ ਆਪਣੇ ਦੇ ਵਿੱਚ ਹੀ ਰਹੇ ਸਨ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 25 ਨੰਬਰ ਪ੍ਰਸ਼ਨ, ਡੈਨਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? ਹੁਣ ਡੈਨਿਸ਼ ਆਪਾਂ ਪੜਿਆ ਨਾ PDEDF, ਠੀਕ ਹੈ। ਤਾਂ ਉਵੇਂ ਜਿਹੜੇ ਸੈਕਿੰਡ ਲਾਸਟ ਤੇ ਕੌਣ ਆਏ ਸਨ, ਡੈਨਿਸ਼ ਆਏ ਸਨ। ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਈਸਟ ਇੰਡੀਆ ਦੀ ਕੰਪਨੀ ਦੀ ਸਥਾਪਨਾ ਕਦੋਂ ਹੋਈ ਸੀ? ਏ ਤੇ ਆਪਣੇ ਕੋਲੇ ਆਪਸ਼ਨਸ 1616, ਬੀ ਤੇ 1602, ਸੀ ਤੇ 1631 ਤੇ ਡੀ ਤੇ 1664। ਤਾਂ ਡੈਨਿਸ਼ ਜਿਹੜੇ ਨੇ 1616 ਈਸਟ ਇੰਡੀਆ ਕੰਪਨੀ ਜਿਹੜੀ ਇਹਨਾਂ ਦੀ ਸਥਾਪਨਾ ਹੁੰਦੀ ਹੈ। ਬੀ ਆਪਣੇ ਕੋਲੇ ਜਿਹੜਾ ਪਿਆ 1602 ਚ, ਤਾਂ 1602 ਚ ਡੱਚਾਂ ਨੇ ਲਾਈ ਸੀ, 1600 ਚ ਕਹਿ ਸਕਦੇ ਹਾਂ ਆਪਾਂ ਅੰਗਰੇਜ਼ਾਂ ਨੇ, ਠੀਕ ਹੈ। 1600 ਚ ਕਿਹਨਾਂ ਨੇ ਲਾਈ ਸੀਗੀ? ਅੰਗਰੇਜ਼ਾਂ ਨੇ ਲਾਈ ਸੀਗੀ। ਤਾਂ ਡੀ ਹੈ ਜਿਹੜਾ ਆਪਣੇ ਕੋਲੇ ਪਿਆ ਇਹ ਫਰਾਂਸੀਸੀ, ਠੀਕ ਹੈ। ਲਾਸਟ ਦੇ ਵਿੱਚ ਇਹਨਾਂ ਨੇ ਜਿਹੜੀ ਆਪਣੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ 1664 ਈਸਵੀ ਦੇ ਵਿੱਚ। ਨੈਕਸਟ ਹੈ ਵਿਦਿਆਰਥੀ ਸਾਥੀਓ 26 ਨੰਬਰ ਪ੍ਰਸ਼ਨ ਹੈ, ਗੋਥਿਕ ਕਲਾ ਨੂੰ ਭਾਰਤ ਵਿੱਚ ਕਿਸ ਨੇ ਸ਼ੁਰੂ ਕੀਤਾ? ਗੋਥਿਕ ਕਲਾ ਕੀ ਹੁੰਦੀ ਹੈ? ਜਦੋਂ ਆਪਾਂ ਦੇਖੋ ਘਰ ਜਾਂ ਕੋਠੀ ਪਾਉਣੇ ਆ ਤਾਂ ਆਪਾਂ ਪਿੱਲਰਾਂ ਦੇ ਉੱਪਰ ਕੀ ਕਰਦੇ ਆ? ਛੱਤ ਨੂੰ ਖੜੀ ਕਰਦੇ ਆ। ਆਪਾਂ ਦੀਵਾਰਾਂ ਦਾ ਹੁਣ ਕੀ ਹੈ, ਸਾਥ ਛੱਡਦੇ ਜਾਂਦੇ ਆ। ਦੀਵਾਰਾਂ ਪਹਿਲਾਂ ਹੁੰਦੀਆਂ ਸਨ, ਹੁਣ ਆਪਾਂ ਕਿੰਨੇ ਤੇ ਟਰਸਟ ਕਰਦੇ ਆ? ਆਪਾਂ ਕਰਦੇ ਆ ਜੀ ਪਿੱਲਰਾਂ ਤੇ, ਕਿ ਦੀਵਾਰਾਂ ਭਾਵੇਂ ਤਰੇੜੀਆਂ ਜਾਣ ਪਰ ਜਿਹੜੇ ਪਿੱਲਰ ਨੇ ਉਹ ਛੱਤ ਦਾ ਭਾਰ ਜਿਹੜਾ ਚੱਲ ਸਕਣਗੇ। ਤਾਂ ਹੁੰਦੀ ਆ ਗੋਥਿਕ ਕਲਾ। ਤਾਂ ਹੁਣ ਭਾਰਤ ਵਿੱਚ ਕਿਸ ਨੇ ਸ਼ੁਰੂ ਕੀਤੀ ਸੀ ਗੋਥਿਕ ਕਲਾ? ਤਾਂ ਆਪਣੇ ਕੋਲੇ ਆਪਸ਼ਨਾਂ ਨੇ ਏ ਤੇ ਆ ਡੱਚ, ਬੀ ਤੇ ਆ ਪੁਰਤਗਾਲੀ, ਸੀ ਤੇ ਆਪਣੇ ਕੋਲੇ ਅੰਗਰੇਜ਼ ਤੇ ਡੀ ਤੇ ਆਪਣੇ ਕੋਲੇ ਫਰਾਂਸੀਸੀ। ਤਾਂ ਇੱਥੇ ਆਪਸ਼ਨ ਜਿਹੜੀ ਸਹੀ ਰਹਿਣ ਵਾਲੀ ਆ ਪੁਰਤਗਾਲੀ। ਪੁਰਤਗਾਲੀਆਂ ਨੇ ਗੋਥਿਕ ਕਲਾ ਨੂੰ ਜਿਹੜਾ ਸ਼ੁਰੂ ਕੀਤਾ ਸੀ। ਤਾਂ ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 27 ਨੰਬਰ ਵਿਦਿਆਰਥੀ ਸਾਥੀਓ ਆਪਣੇ ਕੋਲੇ ਪ੍ਰਸ਼ਨ ਹੈਗਾ, ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਦੋਂ ਹੋਈ ਸੀ? ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ 1780, ਬੀ ਤੇ 1784 ਤੇ ਨੈਕਸਟ ਹੈਗਾ ਆਪਣੇ ਕੋਲੇ ਸੀ ਤੇ 1773 ਤੇ ਡੀ ਤੇ 1781। ਤਾਂ ਵਿਦਿਆਰਥੀ ਸਾਥੀਓ 1784 ਜਿਹੜਾ ਬਿਲਕੁਲ ਠੀਕ ਰਹਿਣ ਵਾਲਾ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਉਦੋਂ ਜਿਹੜਾ ਗਵਰਨਰ ਜਨਰਲ ਆ ਬੰਗਾਲ ਦਾ ਉਦੋਂ ਕੌਣ ਸੀ? ਵਾਰਨ ਹੈਸਟਿੰਗਸ, ਠੀਕ ਹੈ। ਤਾਂ ਵਿਦਿਆਰਥੀ ਸਾਥੀਓ ਨੈਕਸਟ ਆਪਣੇ ਕੋਲੇ 28 ਨੰਬਰ ਪ੍ਰਸ਼ਨ ਹੈ, ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜੀ ਸਟੇਟ ਉੱਪਰ ਰਾਜ ਕਰਨਾ ਜਿਹੜਾ ਸ਼ੁਰੂ ਕੀਤਾ ਸੀ? ਤਾਂ ਦੇਖੋ ਲਾਸਟ ਤੇ ਤਾਂ ਆਈ ਸੀ ਪੰਜਾਬ 'ਚ। ਕਿਉਂ? ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦਾ ਜਿਹੜਾ ਇਲਾਕਾ ਸੀ ਉਹ ਅੰਗਰੇਜ਼ਾਂ ਦੇ ਅਧਿਕਾਰ ਵਿੱਚ ਨਹੀਂ ਜਾਣ ਦਿੱਤਾ ਸੀ। ਪਰ ਉਹਨਾਂ ਦੀ ਜਿਵੇਂ ਹੀ ਸ਼ਹੀਦੀ ਹੁੰਦੀ ਆ ਉਸ ਤੋਂ ਬਾਅਦ ਕੀ ਸੀਗਾ, ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਸੀ। ਤਾਂ ਲਾਸਟ ਦੇ ਵਿੱਚ ਦਾ ਸੀਗਾ ਪੰਜਾਬ। ਤਾਂ ਪਹਿਲਾਂ ਕਿਹੜੇ ਸਟੇਟ ਦੇ ਉੱਪਰ ਜਿਹੜਾ ਈਸਟ ਇੰਡੀਆ ਕੰਪਨੀ ਨੇ ਆਪਣਾ ਰਾਜ ਕੀਤਾ ਸੀ? ਤਾਂ ਏ ਤੇ ਆਪਸ਼ਨ ਆਪਣੇ ਕੋਲੇ ਪੰਜਾਬ, ਬੀ ਤੇ ਆ ਬੰਗਾਲ, ਸੀ ਤੇ ਮੈਸੂਰ ਤੇ ਡੀ ਤੇ ਆ ਮਰਾਠਾ। ਤਾਂ ਬੰਗਾਲ ਦੇ ਉੱਪਰ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ ਈਸਟ ਇੰਡੀਆ ਕੰਪਨੀ ਨੇ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ ਲਾਸਟ ਪ੍ਰਸ਼ਨ ਹੈ, ਕਲਕੱਤਾ ਕਿਸ ਨਦੀ ਦੇ ਕਿਨਾਰੇ ਤੇ ਹੈ? ਕਲਕੱਤਾ ਕਿਸ ਨਦੀ ਦੇ ਕਿਨਾਰੇ ਤੇ ਹੈ? ਇਹ ਆਪਣੇ ਕੋਲੇ ਤਾਪਤੀ, ਬੀ ਗੋਦਾਵਰੀ, ਸੀ ਹੈ ਹੁਗਲੀ ਤੇ ਡੀ ਹੈ ਭਾਗੀਰਥ। ਤਾਂ ਵਿਦਿਆਰਥੀ ਸਾਥੀਓ ਸੀ ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਰਹੇਗੀ, ਹੁਗਲੀ। ਵਿਦਿਆਰਥੀ ਸਾਥੀਓ ਗੰਗਾ ਨਦੀ ਦਾ ਹੀ ਇੱਕ ਭਾਗ ਹੈ ਹੁਗਲੀ, ਠੀਕ ਹੈ।
ਗੰਗਾ ਨਦੀ ਦੇ ਅੱਗੇ ਦੋ ਭਾਗ ਹੋ ਜਾਂਦੇ ਨੇ। ਜਦੋਂ ਬੰਗਲਾਦੇਸ਼ ਵੱਲ ਨੂੰ ਜਾਂਦੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਦੂਜਾ ਭਾਗ ਕਿਹੜਾ ਸੀ, ਭਾਗੀਰਥੀ। ਗੋਦਾਵਰੀ ਤਾਂ ਤਾਪਤੀ ਦਾ ਜਿਹੜੀਆਂ ਨੇ ਸਾਊਥ ਦੇ ਵਿੱਚ ਰਹਿ ਜਾਂਦੀਆਂ ਨੇ, ਠੀਕ ਹੈ। ਤਾਂ ਜਿਹੜਾ ਉੱਪਰਲੇ ਪੱਛਮੀ ਬੰਗਾਲ ਵਾਲਾ ਹਿੱਸਾ ਤਾਂ ਉੱਥੇ ਕਿਹੜੀ ਕਿਹੜੀ ਨਦੀਆਂ ਆਪਾਂ ਕਹਿ ਸਕਦੇ ਹਾਂ, ਹੁਗਲੀ ਤੇ ਭਾਗੀਰਥੀ। ਹੁਣ ਜੇਕਰ ਕਲਕੱਤੇ ਦੀ ਗੱਲ ਕਰੀਏ ਤਾਂ ਕਲਕੱਤਾ ਵੀ ਜਿਹੜਾ ਸੀਗਾ 3 ਚੀਜ਼ਾਂ ਤੋਂ ਮਿਲ ਕੇ ਬਣਿਆ ਸੀ, ਠੀਕ ਹੈ। 3 ਮਤਲਬ ਕਿ ਛੋਟੇ ਛੋਟੇ ਪਿੰਡ ਆਪਾਂ ਕਵਾਂਗੇ, ਉਹਨਾਂ ਤੋਂ ਮਿਲ ਕੇ ਬਣਿਆ। ਗੋਬਿੰਦਪੁਰਾ ਸੀ, ਸਤਨਾਤੀ ਸੀ ਤੇ ਇੱਕ ਸੀਗਾ ਕਾਲੀਕਤ। ਤਾਂ ਇਹਨਾਂ ਤਿੰਨਾਂ ਤੋਂ ਮਿਲ ਕੇ ਜਿਹੜਾ ਕਲਕੱਤਾ ਸ਼ਹਿਰ ਜਾਂ ਨਗਰ ਆਪਾਂ ਕਹਿ ਸਕਦੇ ਹਾਂ ਵਸਾਇਆ ਗਿਆ ਸੀ। ਸੋ ਵਿਦਿਆਰਥੀ ਸਾਥੀਓ, ਜੇਕਰ ਤੁਹਾਨੂੰ ਸਾਡੇ ਜੀਕੇ ਦੇ ਪ੍ਰਸ਼ਨ ਚੰਗੇ ਲੱਗੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ, ਲਾਈਕ ਵੀ ਕਰੋ ਤੇ ਸਾਨੂੰ ਕਮੈਂਟ ਕਰਕੇ ਵੀ ਦੱਸਣਾ, ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵਿਦਿਆਰਥੀ ਸਾਥੀਓ, ਕੁੱਬਾ ਲਰਨੋਲਜੀ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।